प्रेज द लॉर्ड। जय मसीह ਦੀ ਸਾਰਿਆਂ ਨੂੰ। ਸ਼ਾਲੋਮ। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। ਇੱਕ ਵਾਰ ਫੇਰ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋ ਸਕੇ ਔਰ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਲਈ ਜੋ ਸੱਚਮੁੱਚ ਦਇਆ ਦਾ ਧਨੀ ਹੈ, ਜਿਹੜਾ ਕਿਰਪਾ ਨਾਲ ਭਰਪੂਰ ਪਰਮੇਸ਼ਵਰ ਹੈ ਔਰ ਉਸ ਨੇ ਆਪਣੇ ਵਚਨ ਦੇ ਰਾਹੀਂ ਅੱਜ ਸਾਡੇ ਨਾਲ ਗੱਲ ਕਰਨ ਦੇ ਲਈ ਆਪਣੇ ਵਚਨ ਨੂੰ ਸਾਡੇ ਵਿੱਚ ਦਿੱਤਾ ਹੈ। ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਆਪਣੇ ਵਚਨਾਂ ਦੇ ਰਾਹੀਂ ਸਾਡੀ ਜ਼ਿੰਦਗੀ ਨੂੰ ਰੋਸ਼ਨਾਈ ਦਿੰਦੇ ਨੇ ਔਰ ਮੈਂ ਜਾਣਦਾ ਕਿ ਤੁਸੀਂ ਲਗਾਤਾਰ ਪਰਮੇਸ਼ਵਰ ਦੇ ਵਚਨ ਤੋਂ ਆਸ਼ੀਸ਼ ਪਾ ਰਹੇ ਹੋ ਔਰ ਮੈਂ ਧੰਨਵਾਦ ਕਰਦਾ। ਅਗਰ ਪਰਮੇਸ਼ਵਰ ਦਾ ਵਚਨ ਸਾਡੇ ਕੋਲ ਨਾ ਹੁੰਦਾ ਤਾਂ ਸ਼ਾਇਦ ਸਾਡੇ ਕੋਲ ਕੋਈ ਖੁਸ਼ੀ ਕੋਈ ਆਨੰਦ ਨਾ ਹੁੰਦਾ, ਪਰ ਪਰਮੇਸ਼ਵਰ ਦਾ ਵਚਨ ਸਾਨੂੰ ਖੁਸ਼ੀ ਤੇ ਆਨੰਦ ਬਖਸ਼ਦਾ ਹੈ। ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਜਾਵਾਂਗੇ। ਯਸ਼ਾਇਆ ਨਬੀ ਦੀ ਕਿਤਾਬ ਦੇ 12 ਅਧਿਆਇ ਦੀ 3 ਆਇਤ ਨੂੰ ਤੁਸੀਂ ਪੜ੍ਹਦੇ ਹਾਂ। ਇਹ ਜਗ੍ਹਾ ਤੇ ਲਿਖਿਆ ਹੈ, ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਯਸ਼ਾਇਆ ਦੀ ਕਿਤਾਬ ਦੇ 12 ਦੀ 3 ਆਇਤ ਦੇ ਵਿੱਚ, ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜਿਸ ਨੇ ਆਪਣੇ ਵਚਨ ਦੇ ਰਾਹੀਂ ਅੱਜ ਸਾਡੇ ਨਾਲ ਗੱਲ ਕੀਤੀ ਹੈ ਔਰ ਮੈਂ ਚਾਹਨਾ ਕਿ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਬੜੇ ਧਿਆਨ ਦੇ ਨਾਲ ਸੁਣੋ। ਮੁਕਤੀ ਦੇ ਸੋਤਿਆਂ ਵਿੱਚੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਪਰਮੇਸ਼ਵਰ ਸਾਡਾ ਮੁਕਤੀ ਦਾਤਾ। ਪਰਮੇਸ਼ਵਰ ਕੌਣ ਹੈ ਤੁਸੀਂ ਸਭ ਜਾਣਦੇ ਹੋ। ਅਗਰ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਖੁਸ਼ੀ ਨਾਲ ਉਸ ਵਿੱਚੋਂ ਉਸ ਮੁਕਤੀ ਦੇ ਸੋਤਿਆਂ ਚੋਂ ਪੀਵੋਗੇ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ, ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ, ਕਿਉਂਕਿ ਪਰਮੇਸ਼ਵਰ ਨੇ ਆਪਣੇ ਵਚਨ ਨੂੰ ਸਾਡੇ ਵਿੱਚ ਭੇਜਿਆ ਹੈ ਔਰ ਉਹਦਾ ਵਚਨ ਸੱਚਮੁੱਚ ਸਾਨੂੰ ਸ਼ਾਂਤੀ ਔਰ ਤਸੱਲੀ ਦਿੰਦਾ ਹੈ। ਅੱਜ ਮੈਂ ਤੁਹਾਨੂੰ ਜੋ ਦੱਸਣਾ ਚਾਹੁੰਦਾ ਉਹ ਇਹ ਹੈ ਕਿ ਤੁਸੀਂ ਪਰਮੇਸ਼ਵਰ ਦੇ ਵਿੱਚ ਹਮੇਸ਼ਾ ਖੁਸ਼ੀ ਮਨਾ ਸਕਦੇ ਹੋ, ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਸਮਾਂ ਕਿਉਂ ਨਾ ਹੋਵੇ। ਅੱਜ ਦਾ ਮੇਰਾ ਟੌਪਿਕ ਹੈ ਤੁਹਾਡੇ ਲਈ ਕਿ ਤੁਸੀਂ ਪਰਮੇਸ਼ਰ ਵਿੱਚ ਸਦਾ ਆਨੰਦਿਤ ਰਹੋ, ਤੁਸੀਂ ਉਸ ਵਿੱਚ ਸਦਾ ਖੁਸ਼ ਰਹੋ। ਪਰਮੇਸ਼ਰ ਦੇ ਵਿੱਚ ਖੁਸ਼ੀ ਮਨਾਉਣ ਦੇ ਲਈ ਤੁਹਾਡੇ ਕੋਲ ਇੱਕ ਕਾਰਨ ਹੈ, ਤੁਹਾਡੇ ਕੋਲ ਇੱਕ ਮੁਕਤੀ ਦਾਤਾ ਪਰਮੇਸ਼ਰ ਹੈ। ਮੈਂ ਧੰਨਵਾਦ ਕਰਦਾ ਕਿ ਤੁਸੀਂ ਸੱਚੇ ਤੇ ਜਿਉਂਦੇ ਮੁਕਤੀ ਦਾਤਾ ਦੇ ਉੱਤੇ ਵਿਸ਼ਵਾਸ ਲਿਆਂਦਾ ਹੈ। ਜਿਨ੍ਹਾਂ ਨੇ ਮੁਕਤੀ ਦਾਤਾ ਦੇ ਉੱਤੇ ਵਿਸ਼ਵਾਸ ਲਿਆਂਦਾ ਹੈ ਉਹਨਾਂ ਲਈ ਪਰਮੇਸ਼ਰ ਦਾ ਵਚਨ ਬਹੁਤ ਖੂਬਸੂਰਤੀ ਨਾਲ ਦੱਸਦਾ ਹੈ ਕਿ ਤੁਸੀਂ ਖੁਸ਼ੀ ਨਾਲ ਉਸ ਵਿੱਚੋਂ ਭਰੋਗੇ। ਹਾਲੇਲੂਇਆ। ਪ੍ਰਭੂ ਦੀ ਮਹਿਮਾ ਹੋਵੇ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਉਸ ਨਾਲ ਖੁਸ਼ੀ ਨਾਲ ਉਸ ਵਿੱਚੋਂ ਲਵੋਗੇ। ਦਾ ਮਤਲਬ ਕੀ ਹੈ? ਪਰਮੇਸ਼ਰ ਦਾ ਵਚਨ ਸਾਨੂੰ ਜਦੋਂ ਦੱਸਦਾ ਹੈ, ਇਸ ਜਗ੍ਹਾ ਤੇ ਪਰਮੇਸ਼ਰ ਗੱਲ ਕਰਦਾ ਹੈ ਸਾਡੀ ਸੈਟੀਸਫੈਕਸ਼ਨ ਦੀ। ਜਦੋਂ ਅਸੀਂ ਮੁਕਤੀ ਦੇ ਸੋਤਿਆਂ ਦੇ ਵਿੱਚੋਂ ਖੁਸ਼ੀ ਨਾਲ ਭਰਾਂਗੇ ਦਾ ਮਤਲਬ ਇਹ ਹੈ ਜਦੋਂ ਅਸੀਂ ਸੈਟੀਸਫਾਈਡ ਹੋ ਜਾਵਾਂਗੇ, ਸਾਡੀ ਸੰਤੁਸ਼ਟੀ ਹੋ ਜਾਏਗੀ। ਤੁਹਾਡੀ ਸੰਤੁਸ਼ਟੀ ਕਦੋਂ ਹੋਵੇਗੀ? ਸਾਡੀ ਸੰਤੁਸ਼ਟੀ ਕੌਣ ਕਰ ਸਕਦਾ ਹੈ? ਕੇਵਲ ਮੁਕਤੀਦਾਤਾ ਪਰਮੇਸ਼ਵਰ, ਜਿਸ ਦੇ ਕੋਲ ਅਧਿਕਾਰ ਹੈ ਸਾਨੂੰ ਸੰਤੁਸ਼ਟ ਕਰਨ ਦਾ। ਜਦ ਤੁਸੀਂ ਦੇਖਦੇ ਹੋ ਕਿ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ। ਇੱਕ ਸਾਮਰੀ ਔਰਤ ਦੇ ਬਾਰੇ ਬਾਈਬਲ ਦੇ ਵਿੱਚ ਲਿਖਿਆ ਹੈ, ਉਹ ਨਿਤ ਖੂਹ ਤੇ ਜਾਂਦੀ ਸੀ ਪਾਣੀ ਭਰਨ ਲਈ, ਲੇਕਿਨ ਜਦੋਂ ਉਸਨੇ ਮੁਕਤੀ ਦਾਤਾ ਪਰਮੇਸ਼ਵਰ ਦੇ ਕੋਲੋਂ, ਯੀਸ਼ੂ ਮਸੀਹ ਨੇ ਕਿਹਾ ਸੀ, ਜੇ ਤੂੰ ਇਹ ਜਾਣਦੀ ਕਿ ਮੈਂ ਕੌਣ ਹਾਂ, ਤੂੰ ਮੇਰੇ ਤੋਂ ਪਾਣੀ ਮੰਗਦੀ ਤੇ ਤੂੰ ਉਹ ਪਾਣੀ ਲੈਂਦੀ ਜਿਸ ਨੂੰ ਪੀ ਕੇ ਤੈਨੂੰ ਕਦੀ ਵੀ ਮੁੜ ਕੇ ਪਿਆਸ ਨਾ ਲੱਗਦੀ। ਤੁਸੀਂ ਜਾਣਦੇ ਹੋ ਕਿ ਉਹ ਦਿਨ ਉਸ ਔਰਤ ਦੀ ਜ਼ਿੰਦਗੀ ਦੇ ਬਦਲਣ ਦਾ ਉਹ ਦਿਨ ਸੀ ਜਦੋਂ ਉਸ ਦੀ ਜ਼ਿੰਦਗੀ ਟੋਟਲੀ ਚੇਂਜ ਹੋ ਗਈ, ਕਿਉਂਕਿ ਉਸ ਦਾ ਮੁਲਾਕਾਤ, ਉਸ ਦਾ ਜਿਹੜਾ ਉਸ ਵਕਤ ਜਿਹੜੀ ਭੇਂਟ ਹੋਈ ਹੈ ਉਹ ਯੀਸ਼ੂ ਮਸੀਹ ਦੇ ਨਾਲ ਹੋਈ ਹੈ, ਉਸ ਨਾਲ ਜਿਹੜਾ ਮੁਕਤੀ ਦਾਤਾ ਪਰਮੇਸ਼ਵਰ ਹੈ। ਔਰ ਤੁਸੀਂ ਜਾਣਦੇ ਹੋ ਕਿ ਉਸ ਤੋਂ ਬਾਅਦ ਉਸ ਦੀ ਲਾਈਫ ਚੇਂਜ ਹੋ ਗਈ। ਪਰਮੇਸ਼ਵਰ ਸਾਡੀ ਤੇ ਤੁਹਾਡੀ ਲਾਈਫ ਨੂੰ ਵੀ ਚੇਂਜ ਕਰ ਸਕਦਾ ਹੈ ਔਰ ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸਾਡੀ ਮੁਲਾਕਾਤ ਮੁਕਤੀ ਦੇ ਦਾਤਾ ਮਸੀਹ ਨਾਲ ਹੁੰਦੀ ਹੈ। ਤੁਸੀਂ ਮੁਕਤੀ ਦਾਤਾ ਦੇ ਵਿੱਚੋਂ ਖੁਸ਼ੀ ਨਾਲ ਤੁਸੀਂ ਉਸ ਤੋਂ ਸੈਟੀਸਫਾਈਡ ਹੋਵੋਗੇ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਉਹੀ ਹੈ ਜੋ ਸਾਡੀ ਆਂਤਰਿਕ ਪਿਆਸ ਨੂੰ ਬੁਝਾ ਸਕਦਾ ਹੈ। ਕੇਵਲ ਉਹੀ ਹੈ ਜਿਹੜਾ ਸਾਡੀ ਸਾਰੀ ਨੀਡਸ ਨੂੰ ਪੂਰਾ ਕਰ ਸਕਦਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਇਹ ਖੁਸ਼ੀ, ਇਹ ਅਨੁਭਵ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਜਦੋਂ ਸਾਡਾ ਪਰਮੇਸ਼ਵਰ ਸਾਨੂੰ ਸੈਟੀਸਫਾਈਡ ਕਰਦਾ ਹੈ। ਤਾਂ ਬਾਈਬਲ ਦੇ ਮੁਤਾਬਕ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਕੋਈ ਕੰਮ ਸੰਪੂਰਨ ਕਰ ਲੈਂਦੇ, ਜਿਸ ਤਰ੍ਹਾਂ ਸਾਨੂੰ ਉਸ ਵਕਤ ਖੁਸ਼ੀ ਹੁੰਦੀ ਹੈ, ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦੇ ਜਦੋਂ ਅਸੀਂ ਵਚਨ ਦੇ ਵਿੱਚ ਉਤਪਤੀ ਦੀ ਕਿਤਾਬ ਉਹਦੀ 1 ਦੀ 31 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਤੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਕਿ ਜਦੋਂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਰਿਹਾ ਸੀ, ਸਾਰੀਆਂ ਚੀਜ਼ਾਂ ਨੂੰ ਬਣਾ ਰਿਹਾ ਸੀ, ਤਾਂ ਪਰਮੇਸ਼ਰ ਨੇ ਵੇਖਿਆ ਕਿ ਜੋ ਕੁਝ ਉਹਨੇ ਬਣਾਇਆ ਉਹ ਚੰਗਾ ਹੈ। ਪਰਮੇਸ਼ਰ ਆਨੰਦਿਤ ਹੋਏ, ਪਰਮੇਸ਼ਰ ਖੁਸ਼ ਹੋਏ, ਕਿਉਂਕਿ ਉਹਨੇ ਜੋ ਕੁਝ ਵੀ ਸੋਚਿਆ ਸੀ ਉਹਨੇ ਉਹ ਕਰ ਦਿੱਤਾ। ਉਹ ਸਭ ਕੁਝ ਸੰਪੂਰਨ ਹੋ ਗਿਆ।
ਉਹ ਸਭ ਕੁਝ ਬਣ ਗਿਆ। ਜਦੋਂ ਇਸ ਤਰ੍ਹਾਂ ਕੋਈ ਵੀ ਕੰਮ ਪੂਰਾ ਹੋ ਜਾਂਦਾ ਹੈ ਤਾਂ ਖੁਸ਼ੀ ਆ ਜਾਂਦੀ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਯਿਸੂ ਮਸੀਹ ਆ ਜਾਂਦਾ ਹੈ, ਜਿਨ੍ਹਾਂ ਦੀ ਲਾਈਫ ਦੇ ਵਿੱਚ ਮੁਕਤੀ ਦਾਤਾ ਪ੍ਰਭੂ ਆ ਜਾਂਦਾ ਹੈ, ਉਹਨਾਂ ਦੀ ਲਾਈਫ ਦੇ ਵਿੱਚ ਵੀ ਇਹੋ ਖੁਸ਼ੀ ਆ ਜਾਂਦੀ ਹੈ, ਇਹੋ ਹੀ ਆਨੰਦ ਆ ਜਾਂਦਾ ਹੈ, ਕਿਉਂਕਿ ਪਰਮੇਸ਼ਵਰ ਜੋ ਸਾਰੀਆਂ ਚੀਜ਼ਾਂ ਦਾ ਬਣਾਉਣ ਵਾਲਾ ਹੈ ਔਰ ਉਹ ਸਾਨੂੰ ਉਹ ਆਨੰਦਿਤ, ਉਹ ਖੁਸ਼ੀ ਬਖਸ਼ਦਾ ਹੈ। ਪਰਮੇਸ਼ਵਰ ਦੇ ਵਚਨ ਦੇ ਵਿੱਚ ਅਸੀਂ ਜਦੋਂ ਪਹਿਲਾ ਪਤਰਸ 1:8 ਆਇਤ ਨੂੰ ਪੜ੍ਹਦੇ ਹਾਂ ਤਾਂ ਇਸ ਜਗ੍ਹਾ ਤੇ ਉਸ ਆਨੰਦ ਦੇ ਬਾਰੇ ਲਿਖਿਆ ਗਿਆ ਹੈ। ਉਹ ਆਨੰਦ ਕਿਹੜਾ ਹੈ? ਬਾਈਬਲ 'ਚ ਲਿਖਿਆ ਕਿ ਉਹ ਆਨੰਦ ਜੋ ਵਰਣਨ ਤੋਂ ਬਾਹਰ ਹੈ, ਜਿਹੜਾ ਸ਼ਬਦਾਂ ਵਿੱਚ ਬਿਆਨ ਕੀਤਾ ਨਹੀਂ ਜਾ ਸਕਦਾ। ਜਦੋਂ ਤੁਸੀਂ ਉਸ ਮੁਕਤੀ ਦਾਤਾ ਦੇ ਵਿੱਚੋਂ ਲੈਂਦੇ ਹੋ, ਤੁਸੀਂ ਉਸ ਮੁਕਤੀ ਦਾਤਾ ਪਰਮੇਸ਼ਰ ਦੇ ਵਿੱਚੋਂ ਪੀਂਦੇ ਹੋ, ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਸੈਟੀਸਫਾਈਡ ਹੋ ਜਾਂਦੇ ਹੋ, ਤੁਸੀਂ ਖੁਸ਼ ਹੋ ਜਾਂਦੇ ਹੋ, ਆਨੰਦਿਤ ਹੋ ਜਾਂਦੇ ਹੋ। ਔਰ ਉਹ ਆਨੰਦ ਜਿਹੜਾ ਕਦੀ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਆਨੰਦ ਨੂੰ ਕੋਈ ਵੀ ਤੁਹਾਡੇ ਤੋਂ ਖੋ ਨਹੀਂ ਸਕਦਾ। ਪਰਮੇਸ਼ਰ ਦਾ ਆਨੰਦ ਸਾਡੇ ਲਈ ਇੱਕ ਵੱਡੀ ਤਾਕਤ ਹੈ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਯਿਸੂ ਮਸੀਹ ਜਿੱਥੇ ਵੀ ਗਏ, ਯਿਸੂ ਮਸੀਹ ਦੀ ਭੇਂਟ ਜਿਨ੍ਹਾਂ ਨਾਲ ਵੀ ਹੋਈ, ਉਹਨਾਂ ਦੀ ਲਾਈਫ ਦੇ ਵਿੱਚ ਪਰਮੇਸ਼ਵਰ ਨੇ ਉਸ ਆਨੰਦ ਨੂੰ ਭਰਿਆ। ਜਿਹੜੇ ਲੋਕ ਬਿਮਾਰ ਸਨ ਉਹ ਚੰਗੇ ਹੋਏ, ਜਿਹੜੇ ਲੋਕ ਆਪਣੀਆਂ ਜ਼ਰੂਰਤਾਂ ਦੇ ਨਾਲ ਆਏ ਸਨ ਪ੍ਰਭੂ ਯਿਸੂ ਮਸੀਹ ਦੇ ਕੋਲ, ਪ੍ਰਭੂ ਯਿਸੂ ਮਸੀਹ ਨੇ ਆਪਣੀ ਮਹਿਮਾ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਸੈਟੀਸਫੈਕਸ਼ਨ ਲੈ ਕੇ ਆਂਦੀ। ਮੇਰੇ ਪਿਆਰੇ ਭੈਣੋ ਭਰਾਵੋ, ਉਹ ਲੋਕ ਸੰਤੁਸ਼ਟ ਹੋ ਗਏ। ਸੰਤੁਸ਼ਟੀ ਉਨਾ ਚਿਰ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਉਸ ਮੁਕਤੀ ਦਾਤੇ ਤੋਂ, ਅਰਥਾਤ ਜੋ ਸਾਡੇ ਲਈ ਪਰਮੇਸ਼ਰ ਦੇ ਵੱਲੋਂ ਇਸ ਜਗਤ ਦੇ ਵਿੱਚ ਸਾਡੀ ਮੁਕਤੀ ਲਈ, ਤੁਹਾਡੀ ਮੁਕਤੀ ਲਈ ਭੇਜਿਆ ਗਿਆ ਮੁਕਤੀ ਦਾਤਾ ਯਿਸੂ ਮਸੀਹ, ਜਦ ਤੱਕ ਅਸੀਂ ਉਸ ਨੂੰ ਗ੍ਰਹਿਣ ਨਹੀਂ ਕਰ ਲੈਂਦੇ, ਤੁਸੀਂ ਆਨੰਦਿਤ ਨਹੀਂ ਰਹਿ ਸਕਦੇ। ਜਿਹੜਾ ਆਨੰਦ ਦੁਨੀਆ ਦਾ ਹੈ ਉਹ ਕੁਝ ਪਲਾਂ ਦਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਦੇ ਸਮੇਂ ਵਿੱਚ ਮਜ਼ਾਕ ਔਰ ਕਈ ਚੁਟਕਲੇ, ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੇਖ ਕੇ ਉਹ ਆਪਣੀ ਜ਼ਿੰਦਗੀ 'ਚ ਆਨੰਦ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਆਨੰਦ ਕੁਝ ਪਲਾਂ ਦਾ ਹੈ। ਧਨ ਦੌਲਤ ਦਾ ਆਨੰਦ ਵੀ ਕੁਝ ਦੇਰ ਦਾ ਹੈ, ਬਾਕੀ ਸਾਰਾ ਹੀ ਆਨੰਦ ਜਿਹੜਾ ਹੈ ਉਹ ਕੁਝ ਪਲਾਂ ਦਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਜਦੋਂ ਕੋਈ ਵਿਆਹ ਸ਼ਾਦੀ ਆ ਜਾਂਦੀ ਤੇ ਲੋਕ ਖੁਸ਼ ਹੋ ਜਾਂਦੇ ਨੇ, ਪਰ ਉਹ ਖੁਸ਼ੀ ਵੀ ਥੋੜੀ ਦੇਰ ਦੀ ਹੁੰਦੀ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਪ੍ਰਭੂ ਦਾ ਧੰਨਵਾਦ ਹੈ ਕਿ ਜਿਹੜੀ ਖੁਸ਼ੀ ਸਦਾ ਬਰਕਰਾਰ ਰਹਿਣੀ ਹੈ, ਉਹ ਖੁਸ਼ੀ ਹੈ ਮਸੀਹ ਵਿੱਚ, ਮੁਕਤੀ ਦਾਤਾ ਦੇ ਵਿੱਚ। ਅਸੀਂ ਪਰਮੇਸ਼ਰ ਦੇ ਵਚਨ 'ਚੋਂ ਵੇਖਿਆ ਕਿ ਤੁਸੀਂ ਖੁਸ਼ੀ ਨਾਲ ਮੁਕਤੀ ਦੇ ਸੋਤਿਆਂ ਵਿੱਚੋਂ ਭਰੋਗੇ। ਪਰਮੇਸ਼ਵਰ ਤੁਹਾਨੂੰ ਖੁਸ਼ੀ ਨਾਲ, ਆਨੰਦ ਨਾਲ ਹਮੇਸ਼ਾ ਆਨੰਦਿਤ ਰੱਖਣਾ ਚਾਹੁੰਦਾ ਹੈ। ਉਹ ਤੁਹਾਨੂੰ ਸਦਾ ਖੁਸ਼ ਰੱਖਣਾ ਚਾਹੁੰਦਾ ਹੈ। ਇਹ ਖੁਸ਼ੀ ਆਤਮਾ ਵਿੱਚ ਹੁੰਦੀ ਹੈ। ਇਹ ਆਤਮਾ ਦੀ ਖੁਸ਼ੀ ਹੈ। ਔਰ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਆਤਮਾ ਦੀ ਖੁਸ਼ੀ ਤੁਹਾਡੇ ਲਈ ਕਿੰਨੇ ਬੈਨੀਫਿਟ ਦਿੰਦੀ ਹੈ। ਪਰਮੇਸ਼ਰ ਦਾ ਧੰਨਵਾਦ ਹੈ, ਪਰਮੇਸ਼ਰ ਨੇ ਅੱਜ ਆਪਣਾ ਵਚਨ ਦਿੱਤਾ ਹੈ। ਇਸ ਵਚਨ ਦੇ ਵਿੱਚ ਜਦੋਂ ਅਸੀਂ ਧਿਆਨ ਦੇਵਾਂਗੇ, ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਇੱਕ ਆਇਤ ਪੜਾਂਗੇ, ਰੋਮੀਆਂ ਦਾ ਖੱਤ, ਉਸ ਦਾ 14 ਅਧਿਆਇ। ਅਗਰ ਤੁਹਾਡੇ ਕੋਲ ਪਵਿੱਤਰ ਬਾਈਬਲ ਹੈ, ਆਪਣੀ ਬਾਈਬਲ ਜ਼ਰੂਰ ਖੋਲੀਏਗਾ। ਰੋਮਨਸ ਚੈਪਟਰ 14 यानी 14 अध्याय रोमियों के खत ते उहदा 17 वचन, जिस जगह ते इस तरह लिखिया है, क्यों जो परमेश्वर दा राज खाना पीना नहीं सगों पवित्र आत्मा विच शांति अते आनंद है। एक बार फिर इसनूं पढ़िए और सुनिए। क्यों जो परमेश्वर दा राज खाना पीना नहीं सगों पवित्र आत्मा विच शांति अते आनंद है। जिन्ने जाने परमेश्वर दे वचन नूं सुन रहे ने, मैं तुहाडा ध्यान परमेश्वर दे वचन ते लैके जाना चाहना। अज कुछ लोग खुश हो रहे ने, कुछ खाना पीना खा के खुश हो रहे ने। अज असी आ बनाया, असी आ खाधा, बड़े खुश हो रहे ने। कई बार खुशी होंदी है जदों असी कोई चीज़ बना के आप बनाने ते खाने ते सानूं खुशी होंदी है, पर वो खुशी कितनी देर दी हुंदी है तुहानूं पता है? थोड़ी देर लई हुंदी है, कुछ समय लई हुंदी है। पर प्यारे भैणों भरावो, परमेश्वर दा वचन दसदा है कि परमेश्वर दा राज खाना पीना नहीं है। जदों असीं सच्ची खुशी और सच्चे आनंद की गल करते हैं तो बाइबल दसदी है कि यह आनंद आत्मा विच हुंदा है, पवित्र आत्मा विच आनंद, पवित्र आत्मा विच खुशी। इस जगह ते असीं हुणे पढ़िया है परमेश्वर दे वचन दे विच कि यह जिहड़ी खुशी है ये आत्मा विच शांति अते आनंद है। ये आत्मा दी शांति है। जब तक साडे अंदर आत्मा नूं शांति नहीं, जब तक साडे अंदर आत्मिक आनंद नहीं है,
ਬਾਕੀ ਸਾਰੇ ਆਨੰਦ ਕੁਝ ਦੇਰ ਦੇ ਨੇ। ਉਹ ਆਨੰਦ ਸਮੇਂ ਦੇ ਅਨੁਸਾਰ ਹੁੰਦੇ ਨੇ। ਸਮਾਂ ਬੀਤ ਜਾਂਦਾ ਹੈ, ਆਨੰਦ ਵੀ ਖਤਮ ਹੋ ਜਾਂਦਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਪਰ ਜਿਹੜੀ ਸ਼ਾਂਤੀ ਔਰ ਜਿਹੜਾ ਆਨੰਦ ਪਰਮੇਸ਼ਰ ਤੁਹਾਨੂੰ ਆਤਮਾ ਵਿੱਚ ਦੇਣਾ ਚਾਹੁੰਦਾ ਹੈ, ਉਹ ਕਦੀ ਨਾ ਖਤਮ ਹੋਣ ਵਾਲਾ ਆਨੰਦ ਹੈ। ਕਿ ਤੁਸੀਂ ਉਸ ਨਾਲ ਭਰਪੂਰ ਹੋਣਾ ਚਾਹੁੰਦੇ ਹੋ, ਤੁਸੀਂ ਉਸ ਨੂੰ ਲੈਣਾ ਚਾਹੁੰਦੇ ਹੋ, ਤੁਸੀਂ ਸਦਾ ਪਰਮੇਸ਼ਰ ਵਿੱਚ ਆਨੰਦਿਤ ਰਹਿਣਾ ਚਾਹੁੰਦੇ ਹੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰਮੇਸ਼ਰ ਦੇ ਵਚਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ? ਜਦੋਂ ਅਸੀਂ ਕਹੋਤਾਂ ਦੀ ਕਿਤਾਬ ਨੀਤੀ ਵਚਨ ਉਸ ਦਾ 17 ਔਰ ਉਸ ਦੀ 22 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਤੇ ਲਿਖਿਆ ਹੈ, ਖੁਸ਼ ਦਿਲੀ ਦਵਾ ਵਾਂਗੂ ਕੰਮ ਕਰਦੀ ਹੈ। ਬੜੇ ਧਿਆਨ ਨਾਲ ਸੁਣੀਏ ਔਰ ਪੜ੍ਹੀਏ ਇਸ ਗੱਲ ਨੂੰ। ਖੁਸ਼ ਦਿਲੀ ਜਿਹੜੀ ਹੈ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ? ਦਵਾ ਦੀ ਤਰ੍ਹਾਂ ਕੰਮ ਕਰਦੀ ਹੈ। ਇੱਕ ਵਾਰ ਫੇਰ ਪੜ੍ਹ ਲਵਾਂਗੇ 17 ਦੀ 22 ਆਇਤ ਨੂੰ। ਔਰ ਇਸ ਜਗ੍ਹਾ ਤੇ ਲਿਖਿਆ ਹੈ, ਖੁਸ਼ ਦਿਲੀ ਦਵਾ ਵਾਂਗੂ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ। ਔਰ ਅਗਰ ਤੁਸੀਂ ਪੜ੍ਹਿਆ ਹੈ, ਤੁਹਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਬਹੁਤ ਹੀ ਅੱਛੀ ਇੱਕ ਦਵਾਈ ਦੇ ਰਹੇ ਹਾਂ ਔਰ ਤੁਸੀਂ ਇਸ ਦਵਾਈ ਨੂੰ ਲੈ ਸਕਦੇ ਹੋ। ਕਈ ਲੋਕ ਅੱਜ ਆਪਣੇ ਜੀਵਨ 'ਚ ਕੁਝ ਬਿਮਾਰੀਆਂ ਦਾ ਜਾਂ ਕੁਝ ਕਮਜ਼ੋਰੀਆਂ ਦਾ ਅਨੁਭਵ ਕਰ ਰਹੇ ਨੇ। ਅੱਜ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਤੁਹਾਡੇ ਲਈ ਇੱਕ ਦਵਾਈ ਨੂੰ, ਜੋ ਪਰਮੇਸ਼ਰ ਦਾ ਵਚਨ ਹੈ, ਤੁਹਾਡੇ ਲਈ ਦੇ ਰਿਹਾ। ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਹੈ, ਜੇਕਰ ਅਸੀਂ ਪਰਮੇਸ਼ਰ ਵਿੱਚ ਆਨੰਦਿਤ ਹਾਂ, ਮੈਂ ਇਹ ਕਹਿ ਰਿਹਾ, ਤੁਹਾਨੂੰ ਧਿਆਨ ਨਾਲ ਸੁਣੀਏ। ਇਹ ਨਹੀਂ ਕਿ ਹੋਰ ਕਿਸੇ ਚੀਜ਼ ਵਿੱਚ, ਸੰਸਾਰ ਦੀਆਂ ਗੱਲਾਂ ਵਿੱਚ ਜਾਂ ਸੰਸਾਰ ਦੀਆਂ ਚੀਜ਼ਾਂ ਵਿੱਚ, ਬਲਕਿ ਪਰਮੇਸ਼ਰ ਵਿੱਚ। ਮੈਂ ਦੱਸਿਆ ਤੁਹਾਨੂੰ ਕਿ ਸੰਸਾਰ ਦੀਆਂ ਚੀਜ਼ਾਂ ਥੋੜੀ ਦੇਰ ਲਈ ਤੁਹਾਨੂੰ ਆਨੰਦ ਦੇ ਸਕਦੀਆਂ ਨੇ, ਸੰਸਾਰ ਦੀਆਂ ਗੱਲਾਂ ਵੀ ਤੁਹਾਨੂੰ ਥੋੜੀ ਦੇਰ ਲਈ ਖੁਸ਼ ਰੱਖ ਸਕਦੀਆਂ ਨੇ, ਪਰ ਤੁਹਾਡੇ ਆਤਮਾ ਨੂੰ ਸੱਚੀ ਸ਼ਾਂਤੀ ਔਰ ਸੱਚਾ ਆਨੰਦ ਕੇਵਲ ਪਵਿੱਤਰ ਆਤਮਾ ਦਿੰਦਾ ਹੈ। ਪਵਿੱਤਰ ਆਤਮਾ ਦੀ ਦਿੱਤੀ ਹੋਈ ਸ਼ਾਂਤੀ, ਪਵਿੱਤਰ ਆਤਮਾ ਦਾ ਦਿੱਤਾ ਹੋਇਆ ਆਨੰਦ ਤੁਹਾਨੂੰ ਹਰ ਹਾਲਾਤ ਵਿੱਚ ਆਨੰਦਿਤ ਰੱਖ ਸਕਦਾ ਹੈ, ਚਾਹੇ ਕਿਹੋ ਜਿਹੀ ਵੀ ਸਿਚੁਏਸ਼ਨ ਕਿਉਂ ਨਾ ਹੋਵੇ। ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਉਹ ਆਨੰਦ, ਉਹ ਸ਼ਾਂਤੀ ਜੋ ਆਤਮਾ ਦੇ ਦੁਆਰਾ ਹੁੰਦੀ ਹੈ, ਪਵਿੱਤਰ ਆਤਮਾ ਦੇ ਦੁਆਰਾ ਹੁੰਦੀ ਹੈ, ਉਹ ਇੱਕ ਦਵਾਈ ਦੀ ਤਰ੍ਹਾਂ ਹੈ। ਖੁਸ਼ ਦਿਲੀ ਜਾਣੀ ਕਿ ਜਿਹੜਾ ਆਤਮਾ ਨਾਲ, ਪਰਮੇਸ਼ਰ ਦੇ ਨਾਲ ਮਗਨ ਹੈ, ਪ੍ਰਭੂ ਪਰਮੇਸ਼ਰ ਦੇ ਵਿੱਚ ਖੁਸ਼ ਹੈ, ਉਹਦੇ ਲਈ ਇਹ ਖੁਸ਼ ਦਿਲੀ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ, ਦਵਾਈ ਦੀ ਤਰ੍ਹਾਂ ਚੰਗਾ ਕਰਦੀ ਹੈ। ਔਰ ਅਗਰ ਤੁਸੀਂ ਅੱਜ ਚੰਗੇ ਹੋਣਾ ਚਾਹੁੰਦੇ ਹੋ, ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਹਾਲਾਤ ਬੁਰੇ ਹੋ ਚੁੱਕੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਦਵਾਈ ਲੈਣ ਦੇ ਲਈ, ਪਰ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਦੁਆਰਾ ਇੱਕ ਦਵਾਈ ਦੇ ਰਿਹਾ, ਤੁਸੀਂ ਉਸ ਨੂੰ ਲੈ ਲਓ। ਚਾਹੇ ਕੁਝ ਵੀ ਹੁੰਦਾ ਰਹੇ, ਖੁਸ਼ ਰਹੋ ਪਰਮੇਸ਼ਰ ਦੇ ਵਿੱਚ। ਕੋਈ ਚੀਜ਼ ਤੁਹਾਡੀ ਜ਼ਿੰਦਗੀ ਨਾਲੋਂ ਕੀਮਤੀ ਨਹੀਂ ਹੈ, ਕੋਈ ਚੀਜ਼ ਤੁਹਾਡੀ ਜ਼ਿੰਦਗੀ ਨਾਲੋਂ ਬੈਟਰ ਨਹੀਂ ਹੈ। ਅਗਰ ਤੁਸੀਂ ਇਸ ਸੰਸਾਰ ਦੇ ਵਿੱਚ ਉਦਾਸੀ ਨਾਲ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਕੇ ਪਰਮੇਸ਼ਰ ਕੋਲ ਜਾ ਕੇ ਖੜੇ ਹੋਵੋਗੇ, ਪਰਮੇਸ਼ਰ ਵੀ ਉਸ ਦਿਨ ਤੁਹਾਨੂੰ ਕਹੇਗਾ, ਪੁੱਛੇਗਾ। ਉਸ ਦਿਨ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੋਏਗਾ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਚਿੰਤਾਵਾਂ ਵਿੱਚ ਨੇ, ਫਿਕਰਾਂ ਦੇ ਵਿੱਚ ਨੇ, ਬਹੁਤ ਸਾਰਾ ਬੋਝ ਲੈ ਕੇ ਬੈਠੇ ਨੇ। ਕੀ ਹੋਵੇਗਾ, ਕਿੱਦਾਂ ਹੋਵੇਗਾ, ਕੌਣ ਕਰੇਗਾ, ਬਹੁਤ ਸਾਰੀਆਂ ਟੈਨਸ਼ਨਾਂ ਨੇ ਤੁਹਾਡੇ ਕੋਲ। ਪਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਦਾ ਵਚਨ ਤੁਹਾਡੇ ਲਈ ਹੈ। ਆਓ ਆਪਣੇ ਦਿਲ ਤੋਂ ਸਾਰੇ ਬੋਝ ਨੂੰ ਲਾ ਕੇ ਸੁੱਟ ਦਈਏ। ਸਾਰਾ ਕੁਝ ਹੁੰਦਾ ਰਹੇਗਾ ਆਪਣੇ ਟਾਈਮ ਤੇ, ਸਾਰੀਆਂ ਚੀਜ਼ਾਂ ਆਪਣੇ ਟਾਈਮ ਤੇ ਕੰਪਲੀਟ ਹੋ ਜਾਣਗੀਆਂ। ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਚਿੰਤਾ ਕਰਕੇ ਕੁਝ ਵੀ ਨਹੀਂ ਕਰ ਸਕਦੇ। ਆਪਣੀ ਫਿਕਰ, ਆਪਣੀ ਚਿੰਤਾ ਇਸੇ ਵਕਤ ਉਤਾਰੋ ਔਰ ਪ੍ਰਭੂ ਯੀਸ਼ੂ ਮਸੀਹ ਨਾਮ ਵਿੱਚ ਬੋਲੋ ਕਿ ਮੈਂ ਆਪਣੀ ਚਿੰਤਾ ਨੂੰ ਛੱਡਦਾ ਹਾਂ ਔਰ ਛੱਡਦੀ। ਔਰ ਖੁਸ਼ੀ ਔਰ ਆਨੰਦ ਆਪਣੇ ਦਿਲ ਵਿੱਚ ਭਰ ਲਓ। ਖੁਸ਼ੀ ਤੇ ਆਨੰਦ ਕਿਉਂ ਭਰਨਾ ਹੈ ਆਪਣੇ ਦਿਲ ਵਿੱਚ? ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜਦੋਂ ਤੁਸੀਂ ਪਰਮੇਸ਼ਰ ਵਿੱਚ ਆਨੰਦਿਤ ਹੋ, ਜਦ ਤੁਸੀਂ ਪਰਮੇਸ਼ਰ ਵਿੱਚ ਖੁਸ਼ ਹੋ, ਇਹ ਇੱਕ ਦਵਾਈ ਹੈ। ਕੀ ਤੁਸੀਂ ਇਸ ਦਵਾਈ ਨੂੰ ਲੈ ਲਿਆ ਹੈ? ਆਮੀਨ। ਪ੍ਰਭੂ ਦੀ ਸਤੁਤੀ ਹੋਵੇ। ਤੁਸੀਂ ਇਸ ਦਵਾਈ ਦੇ ਨਾਲ ਚੰਗੇ ਹੋ ਜਾਓਗੇ। ਅੱਜ ਹੀ ਤੁਸੀਂ ਚੰਗੇ ਹੋ ਜਾਓਗੇ। ਆਪਣਾ ਸਾਰਾ ਬੋਝ ਕਰੂਸ ਦੇ ਕਦਮਾਂ ਵਿੱਚ ਰੱਖ ਦਿਓ। ਪਰਮੇਸ਼ਵਰ ਤੁਹਾਨੂੰ ਆਨੰਦਿਤ ਰੱਖਣਗੇ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਇਹ ਇੱਕ ਅੱਛੀ ਮੈਡੀਸਿਨ ਹੈ,
ਇਹ ਬਹੁਤ ਹੀ ਅੱਛੀ ਮੈਡੀਸਿਨ ਹੈ। ਕਿਹੋ ਜਿਹੀ ਮੈਡੀਸਿਨ ਹੈ? ਜਿਹੜੀ ਤੁਹਾਨੂੰ ਕੀ ਕਰਦੀ ਹੈ? ਸਟਰੋਂਗ ਕਰਦੀ ਹੈ। ਪਰ ਜਿਹੜਾ ਉਦਾਸ ਆਤਮਾ ਹੈ ਤੁਹਾਡੀਆਂ ਹੱਡੀਆਂ ਨੂੰ ਵੀ ਕੀ ਕਰ ਦਿੰਦਾ ਹੈ? ਬਾਈਬਲ 'ਚ ਅਸੀਂ ਹੁਣੇ ਪੜ੍ਹਿਆ ਹੈ, ਉਹ ਤੁਹਾਡੀਆਂ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਕਰਦਾ ਹੈ। ਤੁਹਾਨੂੰ ਕੈਲਸ਼ੀਅਮ, ਤੁਹਾਨੂੰ ਆਇਰਨ, ਤੁਹਾਨੂੰ ਹੋਰ ਚੀਜ਼ਾਂ ਲਈ ਡਾਕਟਰ ਐਡਵਾਈਸ ਦੇਣਗੇ। ਤੁਹਾਡੀਆਂ ਹੱਡੀਆਂ ਮਜ਼ਬੂਤ ਕਿਵੇਂ ਹੋਣਗੀਆਂ? ਬਾਈਬਲ ਦੱਸਦੀ ਹੈ ਖੁਸ਼ਦਿਲੀ। ਅਗਰ ਤੁਸੀਂ ਖੁਸ਼ ਰਹੋਗੇ, ਪਰਮੇਸ਼ਰ ਵਿੱਚ ਬਾਗ ਰਹੋਗੇ, ਤੁਹਾਡੀਆਂ ਹੱਡੀਆਂ ਵੀ ਹਸ਼ਟ-ਪੁਸ਼ਟ ਹੋਣਗੀਆਂ। ਪਰਮੇਸ਼ਰ ਦਾ ਧੰਨਵਾਦ ਹੈ, ਕੋਈ ਫੀਸ ਨਹੀਂ ਲੈ ਰਹੇ ਤੁਹਾਡੇ ਕੋਲੋਂ। ਫ੍ਰੀ ਦੇ ਵਿੱਚ ਪਰਮੇਸ਼ਰ ਤੁਹਾਨੂੰ ਚੰਗਾ ਕਰ ਰਹੇ ਨੇ, ਚੰਗਾਈ ਦਾ ਤੁਹਾਨੂੰ ਪਰਮੇਸ਼ਰ ਵਚਨ ਦੇ ਰਹੇ ਨੇ। ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੰਗਾਈ ਤੁਹਾਡੇ ਕੋਲ ਪਹੁੰਚ ਚੁੱਕੀ ਹੈ। ਵਿਸ਼ਵਾਸ ਕਰੋ ਔਰ ਰਿਸੀਵ ਕਰੋ ਕਿ ਪਰਮੇਸ਼ਰ ਤੁਹਾਨੂੰ ਅੱਜ ਆਪਣੇ ਵਚਨ ਦੇ ਦੁਆਰਾ ਚੰਗਾ ਕਰ ਰਿਹਾ ਹੈ। ਔਰ ਮੈਂ ਇੱਕ ਵਚਨ ਪਰਮੇਸ਼ਰ ਦੇ ਵਚਨ ਜੋ ਤੁਹਾਡੇ ਲਈ ਹੋਰ ਬੋਲਾਂਗਾ, ਗਲਾਤੀਆਂ ਦੀ ਕਿਤਾਬ ਦੇ ਵਿੱਚ 5:22 ਆਇਤ। ਇਸ ਜਗ੍ਹਾ ਤੇ ਪਵਿੱਤਰ ਆਤਮਾ ਦੇ ਫਲਾਂ ਦਾ ਜ਼ਿਕਰ ਹੈ। ਆਤਮਾ ਦੇ ਫਲ ਕੀ ਹੁੰਦੇ ਨੇ? ਇਸ ਜਗ੍ਹਾ ਤੇ ਲਿਖਿਆ ਹੋਇਆ ਹੈ, ਧਿਆਨ ਦਿਓ। ਗਲਾਤੀਆਂ ਦੀ ਕਿਤਾਬ 5:22, ਉਸ ਜਗ੍ਹਾ ਤੇ ਆਤਮਾ ਦੇ ਫਲ ਲਿਖੇ ਗਏ ਨੇ। ਔਰ ਤੁਸੀਂ ਪੜੋ ਔਰ ਦੇਖੋ ਪਰਮੇਸ਼ਰ ਦੇ ਵਚਨ ਦੇ ਵਿੱਚ ਕੀ ਲਿਖਿਆ ਗਿਆ ਹੈ। ਆਤਮਾ ਦਾ ਫਲ ਇਹ ਹੈ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ ਅਤੇ ਸੰਯਮ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਆਤਮਾ ਦੇ ਫਲ ਇਹ ਹਨ। ਔਰ ਤੁਸੀਂ ਜਾਣਦੇ ਹੋ ਕਿ ਇਹ ਆਤਮਾ ਦੇ ਫਲਾਂ ਦੇ ਵਿੱਚ ਅਸੀਂ ਹੁਣੇ ਜੋ ਪ੍ਰਭੂ ਦੇ ਵਚਨ 'ਚ ਤੁਹਾਨੂੰ ਦੱਸਿਆ ਹੈ, ਆਤਮਾ ਦੇ ਫਲਾਂ ਦੇ ਵਿੱਚ ਕਿਹੜੇ ਫਲ ਨੇ? ਪ੍ਰੇਮ ਹੈ, ਆਨੰਦ ਹੈ, ਸ਼ਾਂਤੀ ਹੈ, ਧੀਰਜ ਹੈ, ਦਿਆਲਗੀ ਹੈ, ਭਲਾਈ ਹੈ, ਵਫਾਦਾਰੀ ਹੈ, ਨਰਮਾਈ ਹੈ, ਸੰਯਮ ਹੈ। ਤਾਂ ਮੇਰੇ ਭੈਣੋ ਭਰਾਵੋ, ਕੀ ਤੁਸੀਂ ਪਰਮੇਸ਼ਰ ਦੇ ਆਤਮਾ ਤੇ ਵਿਸ਼ਵਾਸ ਨਹੀਂ ਕਰਦੇ? ਪਰਮੇਸ਼ਵਰ ਆਤਮਾ ਦੇ ਦੁਆਰਾ ਤੁਹਾਨੂੰ ਸਿਖਾਉਂਦੇ ਨੇ ਕਿ ਅਗਰ ਤੁਸੀਂ ਪਰਮੇਸ਼ਵਰ ਦੇ ਆਤਮਾ ਨਾਲ ਭਰਪੂਰ ਹੋ ਤਾਂ ਤੁਹਾਡੇ ਅੰਦਰ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਤੁਹਾਡੇ ਅੰਦਰ ਸੱਚੀ ਸ਼ਾਂਤੀ ਦਾ ਹੋਣਾ, ਤੁਹਾਡੇ ਅੰਦਰ ਸੱਚੇ ਆਨੰਦ ਦਾ ਹੋਣਾ, ਪ੍ਰੇਮ ਦਾ ਹੋਣਾ ਜ਼ਰੂਰੀ ਹੈ, ਧੀਰਜ ਔਰ ਸੰਯਮ ਦਾ ਹੋਣਾ ਜ਼ਰੂਰੀ ਹੈ। ਇਹ ਆਤਮਾ ਦੇ 9 ਫਲ ਨੇ। ਔਰ ਬਾਈਬਲ ਦੱਸਦੀ ਹੈ ਕਿ ਅਗਰ ਇਹ ਆਤਮਾ ਦੇ ਫਲ ਤੁਹਾਡੇ ਅੰਦਰ ਨਹੀਂ ਹਨ ਤਾਂ ਤੁਸੀਂ ਆਤਮਾ ਨਾਲ ਭਰਪੂਰ ਨਹੀਂ ਹੋ। ਸਰੀਰ ਦੇ ਕੰਮ ਵੀ ਲਿਖੇ ਗਏ ਨੇ। ਸਰੀਰ ਦੇ ਕੰਮ ਉਹ ਨੇ ਜਿਹੜੇ ਤੁਸੀਂ ਅਗਰ ਪੜੋਗੇ, ਤੁਹਾਨੂੰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਸ ਨੂੰ ਪੜੋ ਇਸ ਵਕਤ, ਕਿਉਂਕਿ ਆ ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਬਾਈਬਲ ਦੇ ਵਿੱਚ ਲਿਖੇ ਹੋਏ ਹਨ। ਤੁਸੀਂ ਇਸੇ 5 ਅਧਿਆਇ ਵਿੱਚ ਪੜ ਸਕਦੇ ਹੋ। ਸਰੀਰ ਦੇ ਕੰਮ ਪ੍ਰਗਟ ਹਨ। ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਗਈਆਂ ਨੇ ਉਹ ਤੁਹਾਡੇ ਸਰੀਰ ਲਈ, ਤੁਹਾਡੇ ਆਤਮਾ ਲਈ ਨੁਕਸਾਨਦੇਹ ਹਨ ਔਰ ਉਹ ਤੁਹਾਡੇ ਲਈ ਬਿਮਾਰੀਆਂ ਲੈ ਕੇ ਆਉਂਦੇ ਨੇ। ਪਰ ਇਹ ਫਲ ਤੁਹਾਡੇ ਲਈ ਚੰਗਾਈ ਲੈ ਕੇ ਆਉਂਦੇ ਨੇ, ਤੁਹਾਡੇ ਲਈ ਸੱਚੀ ਸ਼ਾਂਤੀ ਤੇ ਆਨੰਦ ਨੂੰ ਲੈ ਕੇ ਆਉਂਦੇ। ਤੁਸੀਂ ਹਰ ਸਮੇਂ ਪਰਮੇਸ਼ਰ ਵਿੱਚ ਆਨੰਦਿਤ ਰਹਿ ਸਕਦੇ ਹੋ, ਕਿਉਂਕਿ ਪਰਮੇਸ਼ਰ ਦਾ ਆਤਮਾ ਹਰ ਸਮੇਂ ਤੁਹਾਡੇ ਨਾਲ ਰਹਿੰਦਾ ਹੈ। ਹਰ ਸਮੇਂ ਤੁਹਾਡੇ ਨਾਲ ਪਰਮੇਸ਼ਰ ਦਾ ਆਤਮਾ ਤੁਹਾਨੂੰ ਸਦਾ ਲਈ ਦਿੱਤਾ ਗਿਆ ਹੈ। ਔਰ ਜਦੋਂ ਸਦਾ ਲਈ ਪਰਮੇਸ਼ਰ ਦਾ ਆਤਮਾ ਤੁਹਾਨੂੰ ਦਿੱਤਾ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਸੱਚੀ ਸ਼ਾਂਤੀ, ਸੱਚਾ ਆਨੰਦ ਤੁਸੀਂ ਹਰ ਸਮੇਂ ਮਹਿਸੂਸ ਕਰ ਸਕਦੇ ਹੋ। ਹਰ ਸਮੇਂ ਤੁਸੀਂ ਪਰਮੇਸ਼ਰ ਵਿੱਚ ਆਨੰਦਿਤ ਰਹਿ ਸਕਦੇ ਹੋ। ਤੁਸੀਂ ਹਰ ਸਮੇਂ ਪਰਮੇਸ਼ਰ ਦੇ ਉਸ ਖੁਸ਼ੀ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਨehemiah ਦੀ ਕਿਤਾਬ ਉਹਦਾ 8 ਅਧਿਆਇ ਤੇ ਉਹਦਾ 10 ਵਚਨ, ਉਸ ਜਗ੍ਹਾ ਤੇ ਵੀ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਦਾ ਆਨੰਦ ਸਾਡੇ ਲਈ ਇੱਕ ਤਾਕਤ ਹੈ, ਸਾਡੇ ਲਈ ਗੜ ਹੈ। ਜੇ ਤੁਹਾਡੇ ਅੰਦਰ ਪਰਮੇਸ਼ਰ ਦਾ ਆਨੰਦ ਨਹੀਂ ਹੈ, ਅਗਰ ਤੁਹਾਡੇ ਅੰਦਰ ਪਰਮੇਸ਼ਰ ਦਾ ਆਨੰਦ ਨਹੀਂ ਹੈ ਤਾਂ ਤੁਸੀਂ ਕਮਜ਼ੋਰ ਹੋ। ਜਾਣਦੇ ਹੋ ਬਾਈਬਲ ਸਾਨੂੰ ਕੀ ਦੱਸਦੀ ਹੈ ਇਸ ਜਗ੍ਹਾ ਤੇ? ਨehemiah 8:10, ਇਸ ਨੂੰ ਬੜੇ ਧਿਆਨ ਨਾਲ ਇੱਕ ਵਾਰੀ ਪੜ੍ਹ ਲਓ ਔਰ ਸੁਣ ਲਓ। ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਪੜ੍ਹਿਆ ਹੈ, ਪਰਮੇਸ਼ਰ ਦਾ ਆਨੰਦ ਸਾਡੀ ਤਾਕਤ ਹੈ। ਜੇ ਤੁਹਾਡੇ ਅੰਦਰ ਆਨੰਦ ਨਹੀਂ ਹੈ ਤਾਂ ਇਹਦਾ ਮਤਲਬ ਤੁਹਾਡੇ ਅੰਦਰ ਤਾਕਤ ਵੀ ਨਹੀਂ ਹੈ। ਇਹਦਾ ਮਤਲਬ ਤੁਸੀਂ ਕਮਜ਼ੋਰ ਹੋ। ਕਮਜ਼ੋਰ ਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਸਿਰਫ ਫਿਜ਼ੀਕਲੀ ਕਮਜ਼ੋਰ ਹੋ, ਤੁਸੀਂ ਆਤਮਿਕ ਤੌਰ ਤੇ ਵੀ ਕਮਜ਼ੋਰ ਹੋ। ਪਰ ਤੁਸੀਂ ਅੱਜ ਕਮਜ਼ੋਰ ਹੋਣ ਲਈ ਇਸ ਵਚਨ ਨੂੰ ਨਹੀਂ ਸੁਣ ਰਹੇ, ਤੁਸੀਂ ਤਾਕਤਵਰ ਹੋਣ ਲਈ ਸੁਣ ਰਹੇ ਹੋ। ਔਰ ਮੈਂ ਯਿਸੂ ਮਸੀਹ ਨਾਮ ਵਿੱਚ ਬੋਲਦਾ ਹਾਂ ਕਿ ਜਦ ਤੁਸੀਂ ਅੱਜ ਪਰਮੇਸ਼ਰ ਵਿੱਚ ਆਨੰਦਿਤ ਰਹੋਗੇ, ਤੁਸੀਂ ਸਭ ਤੋਂ ਜ਼ਿਆਦਾ ਸਟਰੋਂਗ ਹੋਵੋਗੇ। ਕੋਈ ਚੀਜ਼ ਤੁਹਾਨੂੰ ਹਿਲਾ ਨਹੀਂ ਸਕੇਗੀ, ਕੋਈ ਚੀਜ਼ ਤੁਹਾਨੂੰ ਕਦੀ ਵੀ ਨੁਕਸਾਨ ਨਹੀਂ ਪਹੁੰਚਾ ਸਕੇਗੀ।
ਕਿਉਂਕਿ ਤੁਸੀਂ ਸਟਰੋਂਗ ਹੋ। ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਕੋਈ ਵੀ ਵਾਇਰਸ ਤੁਹਾਡੇ ਅੰਦਰ ਇੰਟਰ ਨਹੀਂ ਕਰ ਸਕੇਗਾ, ਕਿਉਂਕਿ ਤੁਸੀਂ ਸਟਰੋਂਗ ਹੋ, ਤੁਸੀਂ ਤਾਕਤਵਰ। ਡਾਕਟਰ ਕਹਿੰਦੇ ਨੇ ਕਿ ਜਿਨ੍ਹਾਂ ਦੇ ਅੰਦਰ ਹਿਊਮਿਨਿਟੀ ਪਾਵਰ ਜ਼ਿਆਦਾ ਹੈ ਉਹਨਾਂ ਦੇ ਅੰਦਰ ਇਹ ਜਿਹੜਾ ਵਾਇਰਸ ਹੈ ਕੰਮ ਨਹੀਂ ਕਰਦਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੀ ਤਾਕਤ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਨਹੀਂ ਹੈ, ਤੁਹਾਡੀ ਤਾਕਤ ਪਰਮੇਸ਼ਰ ਵਿੱਚ ਆਨੰਦਿਤ ਰਹਿਣ ਨਾਲ ਹੈ। ਸ਼ਦਰਕ, ਮੇਸ਼ਕ, ਅਬੇਦਨਗੋ, ਦਾਨੀਏਲ ਦੇ ਬਾਰੇ ਤੁਸੀਂ ਪੜ੍ਹਿਆ ਹੈ, ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ। ਉਹਨਾਂ ਨੇ ਸਿੰਪਲ ਫੂਡ ਖਾਧਾ ਸੀ, ਰਾਜ ਦਾ ਸਵਾਦਲਾ ਭੋਜਨ ਨਹੀਂ ਖਾਧਾ ਸੀ, ਪਰ ਫਿਰ ਵੀ ਉਹ ਬਾਕੀਆਂ ਨਾਲੋਂ ਜ਼ਿਆਦਾ ਸੋਹਣੇ ਔਰ ਉਹਨਾਂ ਦੇ ਮੂੰਹ ਲਾਲ ਤੇ ਉਹ ਹਸ਼ਟ ਪੁਸ਼ਟ ਪਾਏ ਗਏ ਸਨ। ਪਤਾ ਕਿਉਂ? ਕਿਉਂਕਿ ਉਹ ਪਰਮੇਸ਼ਰ ਵਿੱਚ ਖੁਸ਼ ਸਨ, ਉਹ ਪਰਮੇਸ਼ਰ ਵਿੱਚ ਆਨੰਦਿਤ ਸਨ। ਉਹਨਾਂ ਨੇ ਹਾਲਾਤਾਂ ਦਾ ਸਾਹਮਣਾ ਕੀਤਾ, ਹਾਲਾਤ ਚਾਹੇ ਜਿੱਦਾਂ ਦੇ ਵੀ ਸਨ, ਹਾਲਾਤ ਚਾਹੇ ਬੁਰੇ ਸਨ, ਪਰ ਉਹਨਾਂ ਨੇ ਆਪਣੇ ਅੰਦਰ ਪਰਮੇਸ਼ਰ ਦੇ ਆਨੰਦ ਨੂੰ ਰੱਖਿਆ। ਔਰ ਥਿਸਲੁਨੀਕੀਆਂ ਦੀ ਕਿਤਾਬ ਦੇ ਪਹਿਲੀ ਥਿਸਲੁਨੀਕੀਆਂ ਦੀ ਕਿਤਾਬ ਉਹਦਾ 5 ਅਧਿਆਇ ਤੇ ਉਹਦਾ 6 ਵਚਨ, ਸਿਰਫ ਸਿੰਪਲ ਜੀ ਛੋਟੀ ਜੀ ਆਇਤ ਹੈ, ਉੱਥੇ ਲਿਖਿਆ ਹੈ ਪ੍ਰਭੂ ਵਿੱਚ ਆਨੰਦਿਤ ਰਹੋ। ਤੁਸੀਂ ਜਾਣਦੇ ਹੋ ਉੱਥੇ ਕੀ ਲਿਖਿਆ ਹੈ? ਪ੍ਰਭੂ ਵਿੱਚ ਆਨੰਦਿਤ ਰਹੋ। ਸਿੰਪਲ ਛੋਟੀ ਜੀ ਗੱਲ ਹੈ, ਛੋਟੀ ਜੀ ਆਇਤ ਹੈ, ਪ੍ਰਭੂ ਵਿੱਚ ਆਨੰਦਿਤ ਰਹੋ। ਔਰ ਜਦ ਤੁਸੀਂ ਫਿਲਿੱਪੀਆਂ ਦੀ ਕਿਤਾਬ 4 ਦੀ 4 ਆਇਤ ਨੂੰ ਪੜ੍ਹਦੇ ਤਾਂ ਲਿਖਿਆ ਹੈ ਕਿ ਰਿਜੁਆਇਸ ਇਨ ਦ ਲਾਰਡ, ਆਲਵੇਜ਼ ਰਿਜੁਆਇਸ ਇਨ ਦ ਲਾਰਡ। ਪੰਜਾਬੀ ਚ ਕਹਾਂਗੇ, ਲਿਖਿਆ ਪ੍ਰਭੂ ਵਿੱਚ ਆਨੰਦਿਤ ਰਹੋ। ਮੈਂ ਫਿਰ ਕਹਿੰਦਾ ਹਾਂ, ਆਨੰਦਿਤ ਰਹੋ। ਕਿਉਂ? ਪਰਮੇਸ਼ਰ ਦਾ ਬੰਦਾ ਇਸ ਜਗ੍ਹਾ ਤੇ ਪਰਮੇਸ਼ਰ ਵਿੱਚ ਆਨੰਦਿਤ ਰਹਿਣ ਨੂੰ ਸਾਨੂੰ ਆਖਦਾ ਹੈ, ਕਿਉਂਕਿ ਪਰਮੇਸ਼ਰ ਦਾ ਆਨੰਦ ਸਾਡੀ ਤਾਕਤ ਹੈ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ। ਔਰ ਅੱਜ ਤੁਸੀਂ ਖੁਸ਼ੀ ਮਨਾਓ ਜਦੋਂ ਹੀ ਤੁਸੀਂ ਇਸ ਵਚਨ ਨੂੰ ਸੁਣ ਰਹੇ ਹੋ। ਇਸ ਤੋਂ ਬਾਅਦ ਮੈਂ ਚਾਹਨਾ ਕਿ ਤੁਸੀਂ ਕੁਝ ਪਲਾਂ ਲਈ, ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਹਟ ਜਾਓਗੇ, ਤਾਂ ਮੈਂ ਫਿਰ ਤੋਂ ਕਹਾਂਗਾ ਇਸ ਨੂੰ ਬਾਰ-ਬਾਰ ਦੇਖਣ ਦੀ ਕੋਸ਼ਿਸ਼ ਕਰਨਾ, ਬਾਰ-ਬਾਰ ਵਚਨ ਨੂੰ ਸੁਣੋ। ਔਰ ਅਗਰ ਤੁਸੀਂ ਇਸ ਵੀਡੀਓ ਤੋਂ ਬਾਅਦ ਕੁਝ ਪਲਾਂ ਲਈ ਪ੍ਰਭੂ ਵਿੱਚ ਆਨੰਦਿਤ ਹੋਣ ਲਈ ਬੈਠ ਕੇ ਆਤਮਾ ਦੇ ਵਿੱਚ ਆਰਾਧਨਾ ਕਰੋ, ਔਰ ਜਦ ਤੁਸੀਂ ਆਰਾਧਨਾ ਕਰੋਗੇ, ਭਜਨ ਗਾਓਗੇ, ਖੁਸ਼ੀ ਮਨਾਓਗੇ, ਕੂਦਦੇ ਹੋਏ, ਨੱਚਦੇ ਹੋਏ ਤੁਸੀਂ ਆਰਾਧਨਾ ਕਰੋਗੇ, ਤੁਸੀਂ ਦੇਖੋਗੇ ਉਹ ਆਨੰਦ ਤੁਹਾਡੇ ਅੰਦਰੋਂ ਚਸ਼ਮੇ ਬਣ ਕੇ ਬਹਿ ਫੁੱਟੇਗਾ। ਮੈਂ ਫਿਰ ਤੋਂ ਕਹਾਂਗਾ ਕਿ ਤੁਸੀਂ ਅੱਜ ਇਸ ਆਨੰਦ ਨੂੰ ਆਪਣੇ ਅੰਦਰ ਰਿਲੀਜ਼ ਹੋਣ ਦਿਓ, ਆਉਣ ਦਿਓ ਇਸ ਖੁਸ਼ੀ ਨੂੰ, ਇਸ ਆਨੰਦ ਨੂੰ ਜੋ ਤੁਹਾਡੀ ਤਾਕਤ ਹੈ। ਪ੍ਰਭੂ ਵਿੱਚ ਤੁਸੀਂ ਆਨੰਦਿਤ ਰਹੋ, ਉਹਦੀ ਹਜ਼ੂਰੀ ਵਿੱਚ ਬੈਠ ਜਾਓ, ਉਸ ਨਾਲ ਪ੍ਰੇਮ ਕਰੋ, ਔਰ ਦੇਖੋ ਇਹ ਆਨੰਦ ਤੁਹਾਡੀ ਕਿੱਡੀ ਵੱਡੀ ਤਾਕਤ ਬਣੇਗਾ। ਬਿਮਾਰੀਆਂ ਤੁਹਾਡੇ ਘਰ ਚੋਂ ਚਲੀਆਂ ਜਾਣਗੀਆਂ, ਮੁਸ਼ਕਲਾਂ ਔਰ ਸਮੱਸਿਆਵਾਂ ਤੁਹਾਡੇ ਘਰ ਚੋਂ ਚਲੀਆਂ ਜਾਣਗੀਆਂ। ਤੁਹਾਡੇ ਲਈ ਇਹ ਆਨੰਦ ਇੱਕ ਇਹੋ ਜਿਹੀ ਤਾਕਤ ਬਣ ਜਾਏਗਾ, ਲੋਕ ਵੀ ਤੁਹਾਡੇ ਚਿਹਰੇ ਨੂੰ ਦੇਖ ਕੇ ਪੁੱਛਣਗੇ ਕਿ ਅੱਜ ਕੀ ਖਾਧਾ ਹੈ। ਪਰਮੇਸ਼ਰ ਦਾ ਧੰਨਵਾਦ ਹੋਵੇ, ਇਹ ਪਰਮੇਸ਼ਰ ਦਾ ਆਨੰਦ ਹੈ। ਔਰ ਇਹ ਆਨੰਦ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਇੱਕ ਬਹੁਤ ਵੱਡੀ ਬਰਕਤ ਲੈ ਕੇ ਆਏਗਾ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਔਰ ਬਰਕਤ ਦੇਵੇ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਆਓ ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਪਿਤਾ ਪਰਮੇਸ਼ਰ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਪਿਆਰੇ ਪ੍ਰਭੂ ਤੁਹਾਡੇ ਵਿੱਚ ਆਨੰਦਿਤ ਰਹਿਣ ਦਾ ਫੈਸਲਾ ਕੀਤਾ ਹੈ। ਅੱਜ ਜਿੰਨੇ ਜਣੇ ਤੁਹਾਡੇ ਵਿੱਚ ਸੱਚੀ ਖੁਸ਼ੀ ਮਨਾਣਗੇ, ਮੈਂ ਪ੍ਰਾਰਥਨਾ ਕਰਦਾ ਕਿ ਸਦਾ ਤੁਹਾਡੇ ਵਿੱਚ ਆਨੰਦਿਤ ਰਹਿਣ ਔਰ ਇਹ ਆਨੰਦ ਇਹਨਾਂ ਦੀ ਤਾਕਤ ਬਣ ਜਾਏ। ਪ੍ਰਭੂ ਯੀਸ਼ੂ ਮਸੀਹ ਨਾਮ ਵਿੱਚ ਸਾਰੀਆਂ ਬਿਮਾਰੀਆਂ ਇਹਨਾਂ ਦੇ ਘਰਾਂ ਚੋਂ ਚਲੀਆਂ ਜਾਣ ਔਰ ਦੁੱਖ ਔਰ ਮੁਸੀਬਤ ਦਾ ਸਮਾਂ ਯੀਸ਼ੂ ਮਸੀਹ ਨਾਮ ਵਿੱਚ ਇਹਨਾਂ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਏ ਔਰ ਇਹ ਬੜੇ ਆਨੰਦ ਨਾਲ ਇਸ ਸਮੇਂ ਦੇ ਵਿੱਚੋਂ ਨਿਕਲ ਤੇਰੇ ਨਾਮ ਨੂੰ ਮਹਿਮਾ ਮਿਲੇ। ਪਿਆਰੇ ਪ੍ਰਭੂ ਜੀ, ਜਿਨ੍ਹਾਂ ਤੇਰੇ ਵਚਨ ਨੂੰ ਪਿਆਰ ਕਰਦੇ ਨੇ ਔਰ ਮਹਾਨ ਪਿਤਾ, ਜਦੋਂ ਅਸੀਂ ਇਹਨਾਂ ਨੂੰ ਦੁਆਰਾ ਜਦੋਂ ਵੀ ਵੇਖੀਏ, ਜਦੋਂ ਵੀ ਤੇਰੀ ਹਜ਼ੂਰੀ 'ਚ ਪਾਈਏ, ਆਨੰਦ ਦੇ ਨਾਲ ਔਰ ਖੁਸ਼ੀ ਨਾਲ ਪਾਈਏ ਔਰ ਇਹ ਤੇਰੇ ਨਾਮ ਦੀ ਮਹਿਮਾ ਲਈ ਗਵਾਹੀਆਂ ਨਾਲ ਆਣ, ਯੀਸ਼ੂ ਮਸੀਹ ਦੇ ਨਾਮ ਵਿੱਚ। ਆਮੀਨ, ਆਮੀਨ। ਗॉड ब्लेस यू। शालोम।